ਹੈਲੋ ਸਟੂਡੈਂਟਸ, ਆਨਲਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਇਸ ਤੋਂ ਪਿਛਲੇ ਲੈਕਚਰ ਵਿੱਚ ਅਸੀਂ ਸੈਕਿੰਡ ਲੈਸਨ ਕੀਤਾ ਸੀ ਮੁੜਦੇ ਹੋਏ ਕਦਮ, ਜਿਸ ਵਿੱਚ ਤੁਸੀਂ ਪੜ੍ਹਿਆ ਸੀ ਕਿ ਇੱਕ ਗੋਪਾਲ ਨਾਮ ਦਾ ਲੜਕਾ ਹੁੰਦਾ ਹੈ। ਉਸ ਨੂੰ ਪੜ੍ਹਨਾ ਅੱਛਾ ਨਹੀਂ ਲੱਗਦਾ ਅਤੇ ਉਹ ਹਰ ਰੋਜ਼ ਸਕੂਲੋਂ ਦੌੜ ਜਾਂਦਾ ਹੈ। ਇੱਕ ਦਿਨ ਜਦੋਂ ਉਹ ਦੌੜ ਕੇ ਆਇਆ ਤਾਂ ਉਸਦੇ ਪਾਪਾ ਨੇ ਉਸ ਨੂੰ ਝਿੜਕਿਆ, ਗੁੱਸੇ ਹੋਏ, ਤਾਂ ਜਿਸ ਕਰਕੇ ਉਹ ਘਰ ਛੱਡ ਕੇ ਚਲਾ ਜਾਂਦਾ ਹੈ। ਉਹ ਰੇਲਵੇ ਸਟੇਸ਼ਨ 'ਤੇ ਜਾਂਦਾ ਹੈ, ਇੱਕ ਟ੍ਰੇਨ ਵਿੱਚ ਬੈਠ ਜਾਂਦਾ ਹੈ ਅਤੇ ਉਸ ਟਾਈਮ ਫਿਰ TT ਜੋ ਆਉਂਦਾ ਹੈ ਉਸ ਤੋਂ ਟਿਕਟ ਪੁੱਛਦਾ ਹੈ, ਉਸ ਤੋਂ ਟਿਕਟ ਮੰਗਦਾ ਹੈ, ਪਰ ਗੋਪਾਲ ਕੋਲ ਟਿਕਟ ਨਹੀਂ ਹੁੰਦੀ। ਅੱਜ ਅਸੀਂ ਇਸ ਲੈਸਨ ਨੂੰ ਅੱਗੇ ਕਰਨ ਜਾ ਰਹੇ ਹਾਂ। ਤਾਂ ਫਿਰ ਅਸੀਂ ਪੜ੍ਹਿਆ ਸੀ ਕਿ ਥਕਾਵਟ ਨਾਲ ਉਸਦਾ ਸਰੀਰ ਚੂਰ ਹੋ ਜਾਂਦਾ ਹੈ। ਉਹ ਪਾਣੀਪਤ ਪਹਿਲੇ ਪਹੁੰਚਦਾ ਹੈ ਔਰ ਫਿਰ ਪਾਰਕ ਵਿੱਚ ਜਾ ਕੇ ਬੈਠ ਜਾਂਦਾ ਹੈ। ਹੁਣ ਅਸੀਂ ਅੱਗੇ ਪੜ੍ਹਦੇ ਹਾਂ। ਰਾਤ ਦੇ 9 ਵੱਜ ਚੁੱਕੇ ਸਨ। ਅਚਾਨਕ ਇੱਕ ਕੜਕਦੀ ਹੋਈ ਆਵਾਜ਼ ਉਸ ਦੇ ਕੰਨਾਂ ਵਿੱਚ ਪਈ। ਕੜਕਦੀ ਹੋਈ ਬਹੁਤ ਤੇਜ਼ ਆਵਾਜ਼ ਜੋ ਹੈ ਉਸ ਦੇ ਕੰਨਾਂ ਵਿੱਚ ਪਈ। ਓਏ ਕੌਣ ਹੈ ਤੂੰ? ਕਿਸੇ ਨੇ ਕਿਹਾ, ਓਏ ਤੂੰ ਕੌਣ ਹੈ? ਇਹ ਸਰਕਾਰੀ ਪਾਰਕ ਹੈ, ਇੱਥੇ ਕੋਈ ਨਹੀਂ ਸੌਂ ਸਕਦਾ, ਉੱਠੋ ਇੱਥੋਂ। ਵੀ ਉਸ ਨੂੰ ਕਹਿੰਦਾ ਹੈ ਕਿ ਇਹ ਸਰਕਾਰੀ ਪਾਰਕ ਹੈ ਔਰ ਇੱਥੇ ਕੋਈ ਸੌਂ ਨਹੀਂ ਸਕਦਾ, ਇੱਥੋਂ ਉੱਠ ਜਾ। ਗੋਪਾਲ ਹੜਬੜਾ ਕੇ ਉੱਠਿਆ। ਉਹ ਇੱਕਦਮ ਹੜਬੜਾ ਕੇ ਉੱਠਣਾ ਮਤਲਬ ਬਿਲਕੁਲ ਐਸੇ ਅਚੰਭਿਤ ਹੋਇਆ, ਉਸ ਨੂੰ ਕੁਝ ਸਮਝ ਨਹੀਂ ਆ ਰਹੀ ਸੀ। ਉਹ ਇੱਕਦਮ ਉੱਠਿਆ, ਵੇਖਿਆ ਸਾਹਮਣੇ ਇੱਕ ਹੱਟਾ ਕੱਟਾ ਆਦਮੀ ਖੜਾ ਸੀ ਜਿਸ ਦੇ ਹੱਥ ਵਿੱਚ ਇੱਕ ਲਾਠੀ ਸੀ। ਉਹ ਪਾਰਕ ਦਾ ਚੌਂਕੀਦਾਰ ਸੀ। ਜੈਸਾ ਕਿ ਤੁਸੀਂ ਇਸ ਤਸਵੀਰ ਵਿੱਚ ਦੇਖ ਰਹੇ ਹੋ, ਗੋਪਾਲ ਸੁੱਤਾ ਹੋਇਆ ਸੀ, ਇਹ ਚੌਂਕੀਦਾਰ ਹੈ, ਉਸਦੇ ਹੱਥ ਵਿੱਚ ਲਾਠੀ ਹੈ ਅਤੇ ਉਸ ਨੂੰ ਆ ਕੇ ਉਠਾ ਰਿਹਾ ਹੈ। ਕਿੱਥੇ ਹੈ ਤੇਰਾ ਘਰ? ਚੌਂਕੀਦਾਰ ਨੇ ਪੁੱਛਿਆ। ਤਾਂ ਚੌਂਕੀਦਾਰ ਉਸ ਨੂੰ ਪੁੱਛਦਾ ਹੈ ਕਿ ਤੇਰਾ ਘਰ ਕਿੱਥੇ ਹੈ? ਗੋਪਾਲ ਨੂੰ ਕੋਈ ਗੱਲ ਨਾ ਅਹੁੜੀ ਮਤਲਬ ਕੋਈ ਗੱਲ ਉਸ ਨੂੰ ਸਮਝ ਨਹੀਂ ਆ ਰਹੀ ਸੀ। ਉਹ ਕੀ ਜਵਾਬ ਦੇਵੇ, ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ। ਮੇਰਾ ਘਰ। ਉਹ ਇੱਕਦਮ ਹੜਬੜੀ 'ਚ ਉੱਠਿਆ ਸੀ ਤਾਂ ਉਸਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ। ਚੌਂਕੀਦਾਰ ਨੇ ਗੋਪਾਲ ਦੀਆਂ ਗੱਲਾਂ ਤੋਂ ਉਸ ਦੇ ਭੋਲੇਪਨ ਦਾ ਅੰਦਾਜ਼ਾ ਲਾ ਲਿਆ ਸੀ। ਜੈਸੇ ਉਹ ਗੱਲਾਂ ਕਰ ਰਿਹਾ ਸੀ ਅਤੇ ਚੌਂਕੀਦਾਰ ਸਮਝ ਗਿਆ ਸੀ ਕਿ ਉਹ ਕੋਈ ਭੋਲਾ ਮਤਲਬ ਇੰਨਾ ਚਲਾਕ ਬੱਚਾ ਨਹੀਂ ਹੈ। ਉਸ ਦੇ ਭੋਲੇਪਨ ਦਾ ਉਸਨੇ ਅੰਦਾਜ਼ਾ ਲਗਾ ਲਿਆ ਸੀ। ਉਹ ਜਾਣ ਗਿਆ ਸੀ ਕਿ ਗੋਪਾਲ ਕੋਈ ਅਵਾਰਾ ਲੜਕਾ ਨਹੀਂ ਸੀ, ਬਸ ਘਰੋਂ ਗੁੱਸੇ ਗਿਲੇ ਕਾਰਨ ਭੱਜਿਆ ਹੋਇਆ ਸੀ। ਜੋ ਚੌਂਕੀਦਾਰ ਸੀ ਉਸ ਨੂੰ ਇਹ ਗੱਲ ਸਮਝ ਆ ਚੁੱਕੀ ਸੀ ਕਿ ਜੋ ਗੋਪਾਲ ਹੈ ਕੋਈ ਅਵਾਰਾ ਲੜਕਾ ਨਹੀਂ ਹੈ, ਉਹ ਤਾਂ ਬਸ ਘਰੋਂ ਗੁੱਸੇ ਗਿਲੇ ਕਾਰਨ ਭੱਜ ਕੇ ਆਇਆ ਹੋਇਆ ਹੈ। ਚੌਂਕੀਦਾਰ ਨੇ ਪੁੱਛਿਆ, ਸਮਝ ਗਿਆ ਬੁੱਚੂ, ਘਰੋਂ ਦੌੜ ਕੇ ਆਇਆ ਨਾ? ਤਾਂ ਚੌਂਕੀਦਾਰ ਨੇ ਉਸ ਨੂੰ ਪੁੱਛਿਆ ਕਿ ਮੈਂ ਸਮਝ ਗਿਆ ਕਿ ਤੂੰ ਘਰੋਂ ਦੌੜ ਕੇ ਆਇਆ ਹੈ। ਗੋਪਾਲ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਜੋ ਗੋਪਾਲ ਸੀ ਉਸਨੇ ਵੀ ਹਾਮੀ ਭਰੀ। ਉਸਨੇ ਕਿਹਾ, ਹਾਂ ਵੀ ਦੌੜ ਕੇ ਆਇਆ ਹੈ। ਕਿਉਂ? ਚੌਂਕੀਦਾਰ ਨੇ ਪੁੱਛਿਆ। ਫਿਰ ਚੌਂਕੀਦਾਰ ਪੁੱਛਣ ਲੱਗਾ, ਵੀ ਕਿਉਂ ਆਇਆ ਹੈ ਤੂੰ ਦੌੜ ਕੇ? ਗੋਪਾਲ ਕਹਿਣ ਲੱਗਾ ਕਿ ਮੇਰੇ ਪਾਪਾ ਮੈਨੂੰ ਸਕੂਲ ਜਾਣ ਲਈ ਕਹਿੰਦੇ ਹਨ, ਪਰ ਮੈਂ ਸਕੂਲ ਨਹੀਂ ਜਾਣਾ ਚਾਹੁੰਦਾ। ਤਾਂ ਗੋਪਾਲ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰੇ ਜੋ ਪਾਪਾ ਹਨ ਉਹ ਮੈਨੂੰ ਸਕੂਲ ਜਾਣ ਲਈ ਕਹਿੰਦੇ ਹਨ, ਪਰ ਮੈਂ ਸਕੂਲ ਨਹੀਂ ਜਾਣਾ ਚਾਹੁੰਦਾ, ਇਸ ਲਈ ਉਹਨਾਂ ਨੂੰ ਤੰਗ ਕਰਨ ਲਈ ਘਰੋਂ ਦੌੜ ਕੇ ਆਇਆ। ਤਾਂ ਜੋ ਆਪਣੇ ਪਾਪਾ ਨੂੰ ਤੰਗ, ਆਪਣੇ ਮੰਮੀ ਪਾਪਾ ਨੂੰ, ਪੇਰੈਂਟਸ ਨੂੰ ਤੰਗ ਕਰਨ ਲਈ ਉਹ ਕਹਿ ਰਿਹਾ ਕਿ ਉਹ ਘਰੋਂ ਦੌੜ ਕੇ ਆਇਆ ਹੈ। ਹੁਣ ਚੌਂਕੀਦਾਰ ਦਾ ਗੋਪਾਲ ਪ੍ਰਤੀ ਰਵੱਈਆ ਬਦਲ ਗਿਆ। ਜਦੋਂ ਗੋਪਾਲ ਨੇ ਸਾਰੀ ਗੱਲ ਦੱਸੀ ਕਿ ਉਹ ਆਪਣੇ ਪਾਪਾ ਨੂੰ ਤੰਗ ਕਰਨ ਲਈ ਆਇਆ ਹੈ, ਤਾਂ ਜੋ ਚੌਂਕੀਦਾਰ ਸੀ ਉਸਦਾ ਗੋਪਾਲ ਦੇ ਪ੍ਰਤੀ ਰਵੱਈਆ, ਉਸਦਾ ਜੋ ਬਿਹੇਵੀਅਰ ਸੀ ਉਹ ਚੇਂਜ ਹੋ ਗਿਆ। ਉਹ ਸਮਝਾਉਣ ਲੱਗਾ, ਬੇਟਾ ਘਰੋਂ ਇਸ ਤਰ੍ਹਾਂ ਦੌੜਨਾ ਕੋਈ ਚੰਗੀ ਗੱਲ ਨਹੀਂ। ਉਹ ਉਸ ਨੂੰ ਸਮਝਾਉਣ ਲੱਗਾ ਕਿ ਬੇਟਾ ਘਰੋਂ ਇਸ ਤਰ੍ਹਾਂ ਦੌੜਨਾ ਕੋਈ ਚੰਗੀ ਗੱਲ ਨਹੀਂ ਹੈ। ਜਿਸ ਸਕੂਲ ਵਿੱਚ ਤੈਨੂੰ ਗਿਆਨ ਮਿਲਦੇ ਉੱਥੋਂ ਦੌੜਨਾ ਤਾਂ ਬਹੁਤ ਬੁਰੀ ਗੱਲ ਹੈ। ਵੀ ਜਿਹੜਾ ਸਕੂਲ ਤੈਨੂੰ ਗਿਆਨ ਦੇ ਰਿਹਾ ਉੱਥੋਂ ਵੀ ਤੂੰ ਦੌੜ ਕੇ ਆ ਰਿਹਾ ਤੇ ਚੰਗੀ ਗੱਲ ਨਹੀਂ ਹੈ। ਗੋਪਾਲ ਨੂੰ ਚੌਂਕੀਦਾਰ ਦੀਆਂ ਪਿਆਰ ਭਰੀਆਂ ਗੱਲਾਂ ਚੰਗੀਆਂ ਲੱਗਣ ਲੱਗੀਆਂ ਕਿ ਚੌਂਕੀਦਾਰ ਪਿਆਰ ਨਾਲ ਗੱਲ ਕਰ ਰਿਹਾ ਸੀ ਤੇ ਗੋਪਾਲ ਨੂੰ ਉਹ ਚੰਗਾ ਲੱਗ ਰਿਹਾ ਸੀ। ਚੌਂਕੀਦਾਰ ਨੇ ਫਿਰ ਆਖਿਆ, ਕਿਸੇ ਕਾਰਨ ਬਚਪਨ ਵਿੱਚ ਮੈਂ ਪੜ੍ਹ ਨਹੀਂ ਸੀ ਸਕਿਆ। ਤਾਂ ਚੌਂਕੀਦਾਰ ਉਹ ਆਪਣੀ ਆਪ ਬੀਤੀ ਸੁਣਾਉਣ ਲੱਗਿਆ ਕਿ ਕਿਸੇ ਵਜ੍ਹਾ ਨਾਲ ਮੈਂ ਬਚਪਨ ਵਿੱਚ ਜਦੋਂ ਮੈਂ ਛੋਟਾ ਸੀ ਉਦੋਂ ਮੈਂ ਵੀ ਪੜ੍ਹ ਨਹੀਂ ਸਕਿਆ ਸੀ। ਮੈਨੂੰ ਦਸਤਖਤ ਕਰਨੇ ਵੀ ਨਹੀਂ ਆਉਂਦੇ ਅਤੇ ਔਰ ਮੈਨੂੰ ਜੋ ਸਾਈਨ ਕਰਨੇ ਵੀ ਨਹੀਂ ਆਉਂਦੇ।
इसलिए अज तक पछता रहा हाँ। तो चौकीदार गोपाल नूं कहन लगा कि इसलिए मैं अज तक जो है पछता रहा कि उसनूं साइन करने भी नहीं आउंदे। तू अजे बहुत छोटा है, घरों भज के किन्नी दूर आ गया है। जे तेनू किसी भैड़े आदमी ने फड़ लिया तो पता ही की हो सकता है। तो उसनूं कहन लगा भी तू घरों भज के इन्नी दूर आ गया है, तेनू पता है कि अगर किसी भैड़े आदमी ने तेनू फड़ लिया तो तेरे नाल की होएगा। गोपाल चुकन्ना हो गया। चौकीदार बोलिया अजकल दा जमाना बड़ा बुरा है। तो चौकीदार कहन लगा उसनूं कि अजकल दा जो जमाना है वो बहुत बुरा है। कोई भी बुरा आदमी तेनू फड़ के शारीरिक नुकसान पहुँचा के तेरे कोलों भिख मंगवा सकता है। देखो उनको ऐसे हुंदा है ना, कई बच्चों नूं उठा के लै जांदे ने ते उन्हां नूं अपाहिज करके उन्हां तो भीख मंगवाते हैं। तो वह भी उसनूं यही समझा रहा कि कोई भी तेनू लिजा सकता है, तेनू शारीरिक नुकसान, तेनू अपाहिज बना के तेरे को भिख मंगवा सकता है, तेरे कोलों अपराध करवा सकता है। अंकल जी हो किवें? गोपाल ने पूछा। चौकीदार बोलिया तेरे वर्गे दौड़ के आउण वाले बच्चों नूं कई बारी बुरे आदमी वरगला के मतलब फुसला के उन्होंने बहला के नाल ले जाते हैं। फिर उन्होंने बेहोश करके उन्हों दा कोई भी अंग कट के उन्होंने कोलों भिख मंगवाउण लग जाते हैं। नौकर बना के उन्होंने ते जुल्म करते हैं भी उन्हों दे अंग कट के उन्होंने तो भिख मंगवाते हैं और उन्होंने नौकर बना के उन्होंने ते जुल्म करते हैं। चौकीदार दीयां गल्लां सुन के गोपाल नूं एहसास होया, एहसास मतलब उन्होंने यह गल का महसूस होने लगे कि हाँ उसने गलत किया है, कि उसने घरों दौड़ के चंगा नहीं किया। सचमुच ही जे उस भैड़े किसी आदमी या ग्रोह के हथ लग गया फिर तो वह सोचन लगा कि अगर वाकई ही वो किसी भैड़े आदमी के हथ लग गया तो फिर की हो। उसनूं दूर दुराडे ले जाके पता नहीं उहदे नाल की कुछ किया जाएगा। उसकी मम्मी तड़फ तड़फ के मर जाएगी। तो वह अपने घर बारे सोच रहा है कि उसकी मम्मी भी तड़फ तड़फ के मर जाएगी। गोपाल नूं महसूस होया कि उसकी मम्मी उसनूं उच्ची उच्ची हाका मार रही है। पिता जी आस पास लभदे फिर रहे हैं। उसमें ऐसे महसूस हो रहा सी, एहसास हो रहा सी जैसे उसकी मम्मी उसनूं आवाज़ां लगा रही है तो उसके जो पापा हैं उसनूं लभ रहे हैं। चौकीदार गोपाल नूं अपने घर लै गया। उसका छोटा जिहा घर पार्क के एक कोने विच सी। उसने उसनूं चाह पियाई, जैसा कि तस्वीर में आप देख रहे हो। चौकीदार उसनूं अपने घर लै गया तो उसनूं चाह पिया रहा है। गोपाल बोलिया अंकल जी तुहाड़ियां गल्लां ने मेरियां अखां खोल दित्तियां ने। तो गोपाल कहन लगा कि अंकल जी तुहाड़ियां जो गल्लां हैं उन्होंने मेरियां अखां खोल दित्तियां हैं, मतलब मैनूं समझ आ गई है, मैं हुण अपने घर वापस जाना चाहुंदा हाँ। गोपाल दी गल सुन के चौकीदार बोलिया बेटा इस वेले अद्धी रात होने वाली है। तो वह कहने लगा कि हुण तो बहुत रात हो चुकी है, तेरा जाना ठीक नहीं। मैनू तेरे घर का फोन नंबर ते पता तेनू तेरे घर का फोन नंबर ते पता ही होवेगा। घर फोन कर देंदे हाँ, तेरे माँ बाप तेनू लभदे लभदे परेशान हो रहे होंगे। तो उसनूं कहंदा कि अगर तेरे कोल फोन नंबर है तो वो दे दे, तेरे घरे फोन कर दिन्ने आ, तेरे मम्मी पापा परेशान होणगे। सवेर 7 बजे वाली गड्डी विच तेनू चढ़ा आवांगा ते तेनू जो सुबह 7 बजे वाली गड्डी आएगी तो उस च तेनू चढ़ा आवांगा तो अपने घर पहुँच। गोपाल सहमत हो गया। उसने हामी भरती कि ठीक है, सहमत मतलब उसने वो राजी हो गया, एग्री हो गया। सवेर हुई। गोपाल ने चौकीदार नूं कहा अंकल मेरे कोल 20 रुपए ही हैं, कि ये 20 रुपइयां दी टिकट आ जाएगी। गोपाल कहन लगा। चौकीदार ने कहा कोई गल नहीं, मैं टिकट लै देवांगा, पर अगे तो यह गल याद रखी कि जे इंज किया तो तेनू नुकसान उठाना पै सकते। तो कहता कि मेरे को 20 रुपये ने कि ये चीज़ टिकट आ जाएगी, पर चौकीदार कहने लगा कि मैं तेनू खुद ही टिकट लिया के दे देवांगा। गोपाल बोलिया अंकल जी हुण कदे इस तरह नहीं करांगा। तो गोपाल कहने लगा कि अंकल जी हुण मैं कदी भी इस तरह नहीं करांगा। चौकीदार ने कहा मैनू तेरे कोलों यही उम्मीद है। तो चौकीदार कहन लगा कि मैनू तेरे को यही उम्मीद मतलब आस होप यही आस है मैनू कि तू दोबारा ऐसा नहीं करेगा। फिर दोवें जने स्टेशन वाल चले गए।
ਚੌਂਕੀਦਾਰ ਨੇ ਗੋਪਾਲ ਨੂੰ ਟਿਕਟ ਲੈ ਕੇ ਗੱਡੀ ਵਿੱਚ ਬਿਠਾ ਦਿੱਤਾ। ਗੋਪਾਲ ਨੇ ਚੌਂਕੀਦਾਰ ਦਾ ਹੱਥ ਜੋੜ ਕੇ ਧੰਨਵਾਦ ਕੀਤਾ, ਸ਼ੁਕਰੀਆ ਅਦਾ ਕੀਤਾ। ਕਿਵੇਂ ਕੀਤਾ ਸੀ ਗੋਪਾਲ ਨੇ ਚੌਂਕੀਦਾਰ ਦਾ ਧੰਨਵਾਦ? ਹੱਥ ਜੋੜ ਕੇ। ਮੇਨ ਗੱਲ ਹੈ, ਹੱਥ ਜੋੜ ਕੇ ਉਸਨੇ ਫਿਰ ਉਸਦਾ ਧੰਨਵਾਦ ਕੀਤਾ। ਹੁਣ ਗੋਪਾਲ ਦੇ ਕਦਮ ਆਪਣੇ ਘਰ ਵੱਲ ਪਰਤ ਰਹੇ ਸਨ। ਕਦਮ ਮਤਲਬ ਉਸਦੇ ਪੈਰ, ਸਟੈਪ, ਉਹਦੇ ਪੈਰ ਜੋ ਹਨ ਉਹ ਆਪਣੇ ਘਰ ਵੱਲ ਪਰਤ ਰਹੇ ਸਨ ਜਾਣ ਲਈ। ਅਤੇ ਇਹੀ ਸੀ ਮੁੜਦੇ ਹੋਏ ਕਦਮ ਲੈਸਨ, ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ। ਅੱਜ ਦੇ ਲਈ ਇੰਨਾ ਹੀ। ਟੇਕ ਕੇਅਰ, ਗੁੱਡ ਬਾਏ।